बहुत सालों तो ਅਸੀਂ ਇੱਕ ਲੜਾਈ ਦੇਖ ਰਹੇ ਹਾਂ ਕਿ ਲੁਧਿਆਣਾ ਸ਼ਹਿਰ ਦੀ ਇੰਡਸਟਰੀ ਸਟੀਲ ਪ੍ਰਾਈਸਿਸ ਨੂੰ ਲੈ ਕੇ ਬਹੁਤ ਲੜਾਈ ਲੜਦੀ ਹੈ। ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਗਡਕਰੀ ਸਾਹਿਬ ਨੂੰ, ਪੀਯੂਸ਼ ਗੋਇਲ ਸਾਹਿਬ ਨੂੰ ਬਾਰ-ਬਾਰ ਫਿੱਕੋ ਤੋਂ ਇਨਫੋਰਮ ਕਰਦੇ ਆ ਰਹੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਅਗਰ ਇਨਪੁਟ ਕਾਸਟ ਉਹਨਾਂ ਦੀ ਵੱਧਦੀ ਹੈ ਤੇ ਰੇਟ ਨਾ ਵਧਾਉਣ, ਪਰ ਇੱਕ ਵਾਰੀ ਵਧਾਉਣ ਨਾ। ਹਰ 15 ਦਿਨਾਂ ਬਾਅਦ, 10 ਦਿਨਾਂ ਬਾਅਦ, 20 ਦਿਨਾਂ ਬਾਅਦ ਜਿਹੜਾ ਇਹ ਰੇਟ ਵਧਾਉਂਦੇ ਨੇ, ਅਸੀਂ ਕਿਸੇ ਜਗ੍ਹਾ ਸਟੈਂਡ ਨਹੀਂ ਕਰਦੇ। ਪੀਯੂਸ਼ ਗੋਇਲ ਜੀ, ਗਡਕਰੀ ਸਾਹਿਬ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਔਰ ਇਹ ਸਾਡੀ ਇਹਨਾਂ ਨੇ ਸਾਨੂੰ ਜਵਾਬ ਦੇਣਾ ਵੀ, ਰਿਟਨ ਜਵਾਬ ਦੇਣਾ ਵੀ ਗਵਾਰਾ ਨਹੀਂ ਕੀਤਾ। ਪਰ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਟਵੀਟ ਕਰੋ, ਕਿਉਂਕਿ ਜਿੱਦਾਂ ਹੀ ਟਵੀਟ ਹੁੰਦਾ ਹੈ ਉਹ ਸਿੱਧਾ PM ਤੇ ਜਾਂਦਾ ਹੈ। ਸੋ ਅੱਜ ਡਿਜੀਟਲ ਇੰਡੀਆ ਹੋ ਗਿਆ, ਹਾਈਟੈਕ ਲੜਾਈਆਂ ਹੋ ਗਈਆਂ, ਪਰ ਸਾਡੀ ਕਿਸੇ ਨੇ ਇਸ ਮਾਮਲੇ ਦੇ ਵਿੱਚ ਆਵਾਜ਼ ਨਹੀਂ ਸੁਣੀ। MSME ਖਤਮ ਹੋਣ ਦੇ ਕਾਰਨ ਹੀ GDP ਇਹਨਾਂ ਦੀ ਮਾਈਨਸ 'ਚ ਜਾ ਰਹੀ ਹੈ। ਉਹ ਸਿਰਫ MSME ਦੇ ਡਾਊਨ ਹੋਣ ਦੇ ਕਾਰਨ। ਇੱਕ ਸਟੀਲ ਕਾਰਪੋਰੇਸ਼ਨ ਆਫ ਇੰਡੀਆ ਬਣਾਈ ਜਾਵੇ, ਜਿਹਦੇ ਵਿੱਚ ਸਟੀਲ ਕੰਪਨੀਆਂ, ਗਵਰਨਮੈਂਟ ਦੇ ਆਦਮੀ ਔਰ ਇੰਡਸਟਰੀਸਟ, ਇਹ ਤਿੰਨੋਂ ਮਿਲ ਕੇ ਰੇਟ ਸੈਟਲ ਕਰਨ। ਔਰ ਇੱਕ ਵਾਰੀ ਹਰ 15 ਦਿਨਾਂ ਬਾਅਦ ਅਗਰ ਰੇਟ ਵਧੇਗਾ ਤੇ MSME ਕਦੀ ਪਨਪ ਨਹੀਂ ਸਕਦੀ। ਇਹ ਮੇਰਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਸੁਪਨਾ ਦਿਖਾਉਂਦੇ ਹੈ ਆਤਮ ਨਿਰਭਰ ਹੋਣ ਦਾ। ਦੇਖੋ, ਕੋਈ ਗੱਲ ਕਹਿ ਦੇਣੀ ਔਰ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨਾ, ਇਹ ਦੋ ਅਲੱਗ-ਅਲੱਗ ਚੀਜ਼ਾਂ। 5 ਟ੍ਰਿਲੀਅਨ ਇਕਨੋਮੀ ਜਿਹੜੀ ਹੈ, ਇਹ ਸਾਡੇ ਤੋਂ ਇੰਨੀ ਦੂਰ ਹੈ ਜਿੰਨਾ ਰੱਬ ਦੂਰ। ਇੰਡੀਅਨ ਜਿਹੜੀ MSME ਸੈਕਟਰ ਉਹ ਕਿੱਦਾਂ ਚੱਲੇਗਾ? ਕੀ ਇਹਦੇ ਲਈ ਕੋਈ ਸੁਜੈਸ਼ਨ ਦਓਗੇ ਤੁਸੀਂ? ਦੇਸ਼ ਦੇ ਵਿੱਚ ਪਿਆਜ਼ ਦੀ ਕਮੀ ਹੈ ਔਰ ਗਵਰਨਮੈਂਟ ਪਿਆਜ਼ ਦੀ ਐਕਸਪੋਰਟ ਬੰਦ ਕਰ ਸਕਦੀ ਹੈ, ਤੇ ਸਟੀਲ ਦੀ ਅਗਰ ਕਮੀ ਹੈ ਤੇ ਸਟੀਲ ਦਾ ਐਕਸਪੋਰਟ ਬੰਦ ਕਿਉਂ ਨਹੀਂ ਹੋ ਸਕਦਾ? जन हितैषी देख रहे दर्शकों का स्वागत है जन जन की बात जन हितैषी के साथ। दोस्तों, मैं संदीप शर्मा एक बार फिर तुहाडे नाल रूबरू हो रहे हैं। तो अज का साडा फिर मुद्दा है, टॉपिक है रॉ मटीरियल। जी हाँ, रॉ मटीरियल जिहड़ा कि लगातार महंगा होंदा जा रहा है। बहुत सालों तो असीं एक लड़ाई देख रहे हैं कि लुधियाना शहर की इंडस्ट्री स्टील प्राइजिस नूं लैके बहुत लड़ाई लड़ती है, क्योंकि कहा जाता, आरोप लगते रहे हैं कि बड़ी बड़ी स्टील कंपनियां जिहड़ा काटल बना के MSME ਨੂੰ ਮਾਰਨ ਦੇ ਲਈ ਬਹੁਤ ਸਾਰੇ ਹਥਕੰਡੇ ਅਪਣਾਉਂਦੀ ਹੈ, ਔਰ ਕੁੱਲ ਮਿਲਾ ਕੇ MSME ਦਾ ਸ਼ੋਸ਼ਣ ਹੁੰਦਾ ਹੈ। ਸੋ ਪਰ ਇਸ ਵਾਰ ਵੀ ਉਹ ਸਟੀਲ ਦੇ ਪ੍ਰਾਈਸਿਸ ਕਿਹਾ ਜਾ ਰਿਹਾ ਪਿਛਲੇ 1 ਮਹੀਨੇ 'ਚ, ਜੇ ਖਾਸ ਕਰਕੇ ਗੱਲ ਕਰੀਏ ਤਾਂ ਸਾਈਕਲ ਦੇ ਪਾਈਪ ਦੀ ਹੀ ਡਬਲ ਰੇਟ ਹੋ ਚੁੱਕੇ ਹੈ। ਪਰ ਇਸ ਵਾਰੀ ਸਾਨੂੰ ਜਿਹੜੇ ਨੇਤਾ ਸੀਗੇ ਸਟੀਲ ਦੇ ਲਈ ਆਵਾਜ਼ ਚੱਕਦੇ ਸੀ, ਉਹ ਖਾਮੋਸ਼ ਹੈਗੇ। ਸੋ ਇਹ ਸਾਰਿਆਂ ਲਈ ਅਸੀਂ ਅੱਜ ਪਹੁੰਚੇ ਹਾਂ, ਜਿਹੜੇ ਫੀਕੋ ਦੇ ਚੇਅਰਮੈਨ ਵੀ ਹੈਗੇ ਹੈ, ਸਰਪ੍ਰਸਤ ਹੈਗੇ ਹੈ, ਪਲੱਸ ਗੱਲਬਾਤ ਕਰਦੇ ਹੈ ਨੀਲਮ ਸਾਈਕਲ ਦੇ ਜਿਹੜੇ ਚੇਅਰਮੈਨ ਹੈਗੇ ਹੈ KK ਸੇਠ ਜੀ, ਜਿਨ੍ਹਾਂ ਨੂੰ ਹਮੇਸ਼ਾ ਅਸੀਂ ਇਹ ਦੇਖਦੇ ਹਾਂ ਕਿ ਬੇਬਾਕੀ ਨਾਲ, ਚਾਹੇ ਨੀਲਮ ਸਾਈਕਲ ਦੇ ਮਾਲਕ ਹੈ, ਪਰ ਹਮੇਸ਼ਾ ਤੋਂ ਇਹਨਾਂ ਨੇ ਟ੍ਰੇਡ ਤੇ ਇੰਡਸਟਰੀ ਦੀ ਲੜਾਈ ਲਈ ਅੱਗੇ ਵੱਧ ਕੇ ਪਹਿਲ ਕਦਮੀ ਕੀਤੀ ਹੈ ਔਰ ਲੜਾਈਆਂ ਜਿੱਤੀਆਂ ਵੀ ਹੈ। ਸੋ ਅੱਜ ਇਹ ਖਾਮੋਸ਼ ਕਿਉਂ ਹੈ, ਪੁੱਛਣਾ ਚਾਹਾਂਗੇ। ਨਮਸਕਾਰ ਸਰ। हाँ, नमस्कार। खामोश बिल्कुल नहीं है, ये तो तुहाडा एक कहन दिया, खामोश बिल्कुल नहीं है। पर एक तो करोना, दूसरा जिहड़ा स्टील वालियां ने कार्टल बना लिया। असी प्राइम मिनिस्टर साहब नूं, गडकरी साहब नूं, पीयूष गोयल साहब नूं बार-बार फिक्को तो इनफॉर्म करते आ रहे हैं कि स्टील दी प्राइस, देखो चीज़ रॉ मटीरियल ਵਧਣਾ ਹੋਰ ਚੀਜ਼ ਹੈ, ਪਰ ਹਰ 15 ਦਿਨਾਂ ਦੇ ਬਾਅਦ ਇਹ ਚਾਰੇ ਕੰਪਨੀਆਂ, ਟਾਟਾ ਸਟੀਲ, ਸੇਲ, JCI ਔਰ ਚਾਰੇ ਕੰਪਨੀਆਂ 15 ਦਿਨਾਂ ਦੇ ਬਾਅਦ ਜਿਹੜਾ ਕੀਮਤ ਵਧਾ ਰਹੀ ਹੈ। ਤੁਸੀਂ ਇਹ ਹਿਸਾਬ ਲਗਾਓ ਕਿ ਐਕਸਪੋਰਟ ਦੇ ਜਿਹੜਾ ਆਰਡਰ ਹੈ ਉਹ 4 ਮਹੀਨੇ 6 ਮਹੀਨੇ ਦਾ ਹੁੰਦਾ ਹੈ, ਔਰ 4 ਔਰ 6 ਮਹੀਨੇ ਦੇ ਵਿੱਚ 8 ਵਾਰੀ 10 ਵਾਰੀ ਅਗਰ ਰੇਟ ਵੱਧ ਜਾਏਗਾ ਤੇ ਅਸੀਂ ਉਹ ਆਰਡਰ ਕਿਸ ਤਰ੍ਹਾਂ ਭੁਗਤਾਵਾਂਗੇ? ਵਿਦ ਦਾ ਰਿਜ਼ਲਟ ਸਾਈਕਲ ਔਰ ਸਾਈਕਲ ਪਾਰਟਸ ਦੀ ਐਕਸਪੋਰਟ ਡਾਊਨ ਜਾ ਰਹੀ ਹੈ। ਹਰ ਤਰ੍ਹਾਂ ਦੀ ਕੋਸ਼ਿਸ਼ ਅਸੀਂ ਕੀਤੀ ਹੈ ਕਿ ਸਾਡਾ ਇਹ ਇੱਕ ਵਾਰੀ ਵਧਾ ਲੈਣ।
ਅਸੀਂ ਇਹ ਨਹੀਂ ਕਹਿੰਦੇ ਕਿ ਅਗਰ ਇਨਪੁਟ ਕਾਸਟ ਉਹਨਾਂ ਦੀ ਵੱਧਦੀ ਹੈ ਤੇ ਰੇਟ ਨਾ ਵਧਾਉਣ, ਪਰ ਇੱਕ ਵਾਰੀ ਵਧਾਉਣ ਨਾ, ਹਰ 15 ਦਿਨਾਂ ਬਾਅਦ, 10 ਦਿਨਾਂ ਬਾਅਦ, 20 ਦਿਨਾਂ ਬਾਅਦ ਜਿਹੜਾ ਇਹ ਰੇਟ ਵਧਾਉਂਦੇ ਨੇ, ਅਸੀਂ ਕਿਸੇ ਜਗ੍ਹਾ ਸਟੈਂਡ ਨਹੀਂ ਕਰਦੇ। ਤਾਂ ਇੰਡੀਅਨ ਮਾਰਕੀਟ ਵਿੱਚ ਆਰਡਰ ਲੈਣ ਵਾਸਤੇ ਕਿਸ ਰੇਟ ਤੇ ਆਰਡਰ ਲਈਏ? ਇਹ ਸਾਡੀ ਇੱਕ ਬਹੁਤ ਵੱਡੀ ਸਟੀਲ ਕੰਪਨੀਆਂ ਨੇ ਪ੍ਰੋਬਲਮ, ਔਰ ਸ਼ਾਇਦ ਕਰੋਨਾ ਕਰਕੇ ਜਾਂ ਕਿਸ ਕਰਕੇ ਇਹ ਜਿਹੜੇ ਸਾਡੇ ਆਗੂ ਨੇ, ਪੀਯੂਸ਼ ਗੋਇਲ ਜੀ, ਗਡਕਰੀ ਸਾਹਿਬ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਔਰ ਇਹ ਸਾਡੀ ਇਹਨਾਂ ਨੇ ਸਾਨੂੰ ਜਵਾਬ ਦੇਣਾ ਵੀ, ਰਿਟਨ ਜਵਾਬ ਦੇਣਾ ਵੀ ਗਵਾਰਾ ਨਹੀਂ ਕੀਤਾ। ਸਰ ਸੇਠ ਸਾਹਿਬ, ਮੈਂ ਪੁੱਛਣਾ ਚਾਹਾਂਗਾ, ਅੱਜ ਕੱਲ੍ਹ ਡਿਜੀਟਲ ਹੋ ਗਿਆ, ਕੋਵਿਡ ਸਬਲੀ ਹੈਗਾ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਅਸੀਂ ਸਮਝਦੇ ਹਾਂ ਕੋਵਿਡ ਕਰਕੇ ਸੜਕਾਂ 'ਤੇ ਧਰਨੇ ਨਹੀਂ ਲਗਾਏ ਜਾ ਸਕਦੇ, ਪਰ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਟਵੀਟ ਕਰੋ, ਕਿਉਂਕਿ ਜਿੱਦਾਂ ਹੀ ਟਵੀਟ ਹੁੰਦਾ ਹੈ ਉਹ ਸਿੱਧਾ PM 'ਤੇ ਜਾਂਦਾ ਹੈ। ਸੋ ਅੱਜ ਡਿਜੀਟਲ ਇੰਡੀਆ ਹੋ ਗਿਆ, ਹਾਈਟੈਕ ਲੜਾਈਆਂ ਹੋ ਗਈਆਂ। ਸੋ ਅੱਜ ਫਿੱਕੋ ਨੇ ਕਿੰਨੀ ਕੁ ਵਾਰੀ ਟਵੀਟ ਕਰਤਾ, ਕਿੰਨੀ ਕੁ ਵਾਰੀ ਮੈਮੋਰੰਡਮ ਮੇਲ ਕਰਤੇ, ਕਿਉਂਕਿ ਮੇਲਾਂ 'ਚ ਤਾਂ ਸੈਕਿੰਡਾਂ 'ਚ ਹੋ ਜਾਂਦਾ, ਜਿਹੜੇ ਕੰਮ ਪਹਿਲਾਂ ਕਹਿੰਦੇ ਸੀਗੇ ਸਪੀਡ ਪੋਸਟ ਕਰਾਂਗੇ, ਜਾਵਾਂਗੇ ਡੈਲੀਗੇਸ਼ਨ, ਅੱਜ ਉਹ ਕੰਮ ਦੀ ਲੋੜ ਹੀ ਨਹੀਂ ਪਈ, ਹਾਈਟੈਕ ਹੋ ਗਏ। ਤੇ ਕਿੰਨੇ ਕੁ ਹਜੇ ਵਾਰੀ ਅਸੀਂ ਟਵੀਟ ਕਰ ਚੁੱਕੇ ਹਾਂ, ਕਿੱਦਾਂ ਦੇ ਅਸੀਂ ਆંકੜੇ ਦੇ ਰਹੇ ਹਾਂ, ਕਿਉਂ ਨਹੀਂ ਸਾਡੀ ਸੁਣਵਾਈ ਹੋ ਰਹੀ? ਤੁਸੀਂ ਹੈਰਾਨ ਰਹੋਗੇ ਜੀ ਕਿ ਅਸੀਂ ਹਰ ਹਫਤੇ ਜੀ ਇਹਨਾਂ ਸਾਰਿਆਂ ਨੂੰ ਟਵੀਟ ਵੀ ਕਰ ਰਹੇ ਹਾਂ, ਪ੍ਰਧਾਨ ਮੰਤਰੀ ਜੀ ਨੂੰ ਵੀ ਕਹਿ ਰਹੇ ਹਾਂ, ਔਰ ਆਪਣੇ ਸਟੀਲ ਮਿਨਿਸਟਰ ਨੂੰ ਕਹਿ ਰਹੇ ਕਿ ਸਟੀਲ ਕਾਰਪੋਰੇਸ਼ਨ ਆਫ ਇੰਡੀਆ ਬਣਾਈ ਜਾਵੇ, ਜਿਹਦੇ ਵਿੱਚ ਸਾਰੇ ਮੇਨ ਪ੍ਰੋਡਿਊਸਰ ਜਿਹੜੇ ਸਟੀਲ ਦੇ ਨੇ ਉਹਦੇ ਮੈਂਬਰ ਹੋਣ, ਪਲੱਸ ਗਵਰਨਮੈਂਟ ਦੇ ਮੈਂਬਰ ਹੋਣ, ਪਲੱਸ ਥੋੜ੍ਹੇ ਜਿਹੇ ਇੰਡਸਟਰੀ ਦੇ ਮੈਂਬਰ ਹੋਣ। ਪਰ ਸਾਡੀ ਕਿਸੇ ਨੇ ਇਸ ਮਾਮਲੇ ਦੇ ਵਿੱਚ ਆਵਾਜ਼ ਨਹੀਂ ਸੁਣੀ। ਸ਼ਾਇਦ ਉਹ, ਮੈਂ ਨਹੀਂ ਕਹਿੰਦਾ ਉਹ ਸਾਰੇ ਕਰੋਨਾ ਦੇ ਵਿੱਚ ਲੱਗੇ ਨੇ ਜਾਂ ਕਿਸ ਕੰਮ ਲੱਗੇ ਨੇ, ਪਰ ਸਾਡੀ, ਔਰ ਅੱਜ ਦੇ ਦਿਨ MSME ਜਿਹੜਾ ਕਿ ਸਾਡੀ GDP ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀ ਹੈ, ਅੱਜ GDP ਇਸੇ ਵਾਸਤੇ ਹੀ, MSME ਖਤਮ ਹੋਣ ਦੇ ਕਾਰਨ ਹੀ GDP ਇਹਨਾਂ ਦੀ ਮਾਈਨਸ 'ਚ ਜਾ ਰਹੀ ਹੈ। ਉਹ ਸਿਰਫ MSME ਦੇ ਡਾਊਨ ਹੋਣ ਦੇ ਕਾਰਨ। ਅੱਜ ਵੀ ਮੈਂ ਫੇਰ ਅਪੀਲ ਕਰਨਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਪੀਯੂਸ਼ ਗੋਇਲ ਸਾਹਿਬ ਨੂੰ, ਗਡਕਰੀ ਸਾਹਿਬ ਨੂੰ ਕਿ ਇਹਨੇ ਇੱਕ ਸਟੀਲ ਕਾਰਪੋਰੇਸ਼ਨ ਆਫ ਇੰਡੀਆ ਬਣਾਈ ਜਾਵੇ, ਜਿਹਦੇ ਵਿੱਚ ਸਟੀਲ ਕੰਪਨੀਆਂ, ਗਵਰਨਮੈਂਟ ਦੇ ਆਦਮੀ ਔਰ ਇੰਡਸਟਰੀਸਟ, ਇਹ ਤਿੰਨੋਂ ਮਿਲ ਕੇ ਰੇਟ ਸੈਟਲ ਕਰਨ, ਔਰ ਇੱਕ ਵਾਰੀ ਹਰ 8 ਦਿਨ ਬਾਅਦ, 10 ਦਿਨ ਬਾਅਦ, 15 ਦਿਨਾਂ ਬਾਅਦ ਨਹੀਂ, ਹਰ ਇੱਕ ਵਾਰੀ ਰੇਟ ਸੈਟਲ ਕਰ ਲੈਣ, ਔਰ ਉਹਦੀ ਇੱਕ ਟਾਈਮ ਲਿਮਿਟ ਹੋਣੀ ਚਾਹੀਦੀ, ਜਿਹੜੀ ਕਿ ਕਿਸੇ ਜ਼ਮਾਨੇ ਦੇ ਵਿੱਚ ਸੇਲ ਦੇ ਵਿੱਚ ਹੁੰਦੀ ਸੀ। ਉਹ ਇੱਕ ਵਾਰੀ ਰੇਟ ਵੱਧਦਾ ਸੀ, ਉਸ ਤੋਂ ਬਾਅਦ 6 ਮਹੀਨੇ ਸਟੇਬਿਲਿਟੀ ਰਹਿੰਦੀ ਸੀ, 6 ਮਹੀਨੇ ਬਾਅਦ ਫਿਰ ਰੇਟ ਵੱਧਦਾ ਸੀ। ਪਰ ਅੱਜ ਹਰ 15 ਦਿਨਾਂ ਬਾਅਦ ਅਗਰ ਰੇਟ ਵਧੇਗਾ ਤੇ MSME ਕਦੀ ਪਨਪ ਨਹੀਂ ਸਕਦੀ, ਇਹ ਮੇਰਾ ਦਾਅਵਾ ਹੈ। ਸਰ ਇੱਕ ਪਾਸੇ ਗੱਲਬਾਤ ਕਰਾਂਗੇ ਕਿ ਪ੍ਰਧਾਨ ਮੰਤਰੀ ਸਾਹਿਬ ਸੁਪਨਾ ਦਿਖਾਉਂਦੇ ਹੈ ਆਤਮ ਨਿਰਭਰ ਹੋਣ ਦਾ, ਕਹਿੰਦੇ ਕਿ ਅਸੀਂ 5 ਟ੍ਰਿਲੀਅਨ ਦੀ ਇਹਨੂੰ ਇਕੋਨਮੀ ਬਣਾਉਣਾ ਹੈ, ਵਿਜ਼ਨਰੀ ਹੋਣ ਦਾ ਆਪਣਾ ਅੰਦੇਸ਼ਾ ਦਿਖਾਉਂਦੇ, ਤੇ ਦੂਜੇ ਪਾਸੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੇ ਰੇਟ ਦੀ, ਰॉ ਮਟੀਰੀਅਲ ਦੇ ਵਧਣਾ, ਇਹ ਸਾਰਿਆਂ ਦੇ ਵਿੱਚ ਕੀ ਉਹ ਪ੍ਰੈਕਟੀਕਲ ਹੈਗਾ, ਉਹ ਸੁਪਨਾ ਸਾਕਾਰ ਕਰ ਪਾਣਾ? ਦੇਖੋ, ਕੋਈ ਗੱਲ ਕਹਿ ਦੇਣੀ ਔਰ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨਾ, ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ ਜੀ। 5 ਟ੍ਰਿਲੀਅਨ ਇਕੋਨਮੀ ਜਿਹੜੀ ਹੈ, ਇਹ ਸਾਡੇ ਤੋਂ ਇੰਨੀ ਦੂਰ ਹੈ ਜਿੰਨਾ ਰੱਬ ਦੂਰ ਹੈ ਜੀ। ਬਿਲਕੁਲ ਠੀਕ ਹੈ ਜੀ। ਬਿਲਕੁਲ ਇਹਨਾਂ ਦੇ, ਅਗਰ ਇਹਨਾਂ ਦਾ ਕੰਮ ਕਰਨ ਦਾ ਇਹੀ ਹਿਸਾਬ ਰਿਹਾ ਤੇ ਇਹ ਤਾਂ ਹੋ ਸਕਦਾ ਕਿ ਚਾਹੁੰਦੇ ਘਰਾਣੇ ਜਿਹੜੇ ਨੇ ਉਹ ਇਕੋਨਮੀ ਨੂੰ ਉੱਚਾ ਲੈ ਜਾਣ, ਪਰ ਅਗਰ ਇਹ ਚਾਹਣ ਕਿ 130 ਕਰੋੜ ਲੋਕਾਂ ਦੇ ਵਿੱਚ ਜਿਹਦੇ 'ਚ ਮੇਨ ਹਿੱਸਾ MSME ਦਾ ਹੈ, ਅਗਰ ਉਹਦੇ ਕਰਕੇ ਇਹਨਾਂ ਦੀ ਇਕੋਨਮੀ ਅੱਗੇ ਜਾਵੇਗੀ, ਤੇ ਇਹ ਬਹੁਤ ਬੜਾ ਪ੍ਰਧਾਨ ਮੰਤਰੀ ਜੀ ਦਾ, ਸਟੀਲ ਮਿਨਿਸਟਰ ਦਾ, ਇਹ ਉਹਨਾਂ ਦਾ ਵਹਿਮ ਹੈ। ਸੋ ਤੁਹਾਡੇ ਹਿਸਾਬ ਨਾਲ ਅੱਜ ਕੋਵਿਡ ਦੇ ਇੱਕ ਦੌਰ 'ਚ ਇੱਕ ਚੀਜ਼ਾਂ ਆਈਆਂ ਸੀ ਸਾਹਮਣੇ ਕਿ ਉਹ ਕਹਿ ਰਹੇ ਸੀਗੇ ਕਿ ਜਿਹੜਾ ਬਹੁਤ ਸਾਰੇ US, ਅਮਰੀਕਾ, ਇੰਗਲੈਂਡ, ਇਹੋ ਜਿਹੇ ਦੇਸ਼ਾਂ ਦੀਆਂ ਕੰਪਨੀਆਂ ਇੰਡੀਆ ਵੱਲ ਦੇਖਣ ਲੱਗ ਪਈਆਂ ਸੀ, ਇੰਡੀਆ ਦੀ ਕੰਪਨੀਆਂ ਨਾਲ ਵੈਂਚਰ ਕਰਨ ਲੱਗ ਪਈਆਂ ਸੀ, ਸ਼ਾਇਦ ਉਹ ਚਾਈਨਾ ਤੋਂ ਆਪਣਾ ਬਿਜ਼ਨਸ ਘਟਾ ਰਹੀਆਂ ਸੀ, ਇੰਡੀਆ ਵੱਲ ਹੱਥ ਵਧਾ ਰਹੀਆਂ ਸੀ। ਸੋ ਅੱਜ ਰॉ ਮਟੀਰੀਅਲ ਦੇ ਜੋ ਹਾਲਾਤ ਹੈ, ਉਹਨਾਂ ਨੂੰ ਦੇਖ ਕੇ ਕੀ ਅਸੀਂ ਸੋਚ ਸਕਦੇ ਹਾਂ ਕਿ ਉਹ ਜਿਹੜਾ ਸਾਨੂੰ ਇੱਕ ਅਫਸਰ ਮਿਲਿਆ ਸੀ, ਉਹ ਆਪਾਂ ਇਨਕੈਸ਼ ਕਰ ਪਾਵਾਂਗੇ ਜਾਂ ਰਹਿ ਜਾਏਗਾ, ਸਾਡੇ ਉੱਤੋਂ ਛੁੱਟ ਜਾਏਗਾ, ਟ੍ਰੇਨ ਛੁੱਟ ਜਾਏਗੀ?
ਇਹ ਜ਼ਰੂਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ USA ਔਰ ਚੰਦ ਇੱਕ ਮੁਲਕ ਚਾਈਨਾ ਨੂੰ ਛੱਡ ਕੇ ਹਿੰਦੁਸਤਾਨ ਇੰਡੀਆ ਵੱਲ ਵੇਖਣ ਲੱਗ ਪਏ ਸੀਗੇ, ਕਿਉਂਕਿ 130 ਕਰੋੜ ਦਾ ਦੇਸ਼ ਚਾਈਨਾ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈਗਾ ਜੀ। ਔਰ ਦੇਖਣ ਲੱਗ, ਪਰ ਅਗਰ ਰॉ ਮਟੀਰੀਅਲ ਕੱਲਾ ਸਟੀਲ ਨਹੀਂ, ਕਾਪਰ, ਨਿਕਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਪੈਟਰੋਲ, ਜਿਹੜੀਆਂ ਚੀਜ਼ਾਂ ਪਤਾ ਨਹੀਂ ਲੱਗਦਾ ਕਿ 8 ਦਿਨ ਦੇ ਵਿੱਚ ਵੱਧ ਜਾਣੀ ਹੈ ਜਾਂ 15 ਦਿਨਾਂ ਦੇ ਵਿੱਚ ਵੱਧ ਜਾਣੀ ਹੈ, ਔਰ ਪਾਵਰ, ਇਹ ਸਾਰੀਆਂ ਚੀਜ਼ਾਂ ਅਗਰ ਕੋਈ ਸਟੇਬਿਲਿਟੀ ਨਹੀਂ ਗਵਰਨਮੈਂਟ ਲਿਆਵੇਗੀ ਤੇ ਉਹ ਕੰਪਨੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਸੋਚਣ ਕਿ ਹਿੰਦੁਸਤਾਨ ਵੱਲ ਅਸੀਂ ਰੁਖ ਕਰੀਏ। ਸ਼ੇਠ ਸਾਹਿਬ, ਇੱਕ ਕੁਐਸਚਨ ਹੈ, ਲੋਕ ਇਹ ਵੀ ਕਹਿ ਰਹੇ ਹੈ, ਵੱਡੀਆਂ ਕੰਪਨੀਆਂ, ਸਟੀਲ ਕੰਪਨੀਆਂ ਇਹ ਕਹਿ ਰਹੀਆਂ ਕਿ ਸਾਡਾ ਐਕਸਪੋਰਟ ਹੋ ਰਿਹਾ ਹੈ, ਜਿਹੜਾ ਆਇਰਨ ਔਰ ਐਕਸਪੋਰਟ ਹੋ ਰਿਹਾ, ਜਿਹਦੇ ਕਰਕੇ ਇੰਟਰਨੈਸ਼ਨਲ ਮਾਰਕੀਟ 'ਚ ਪ੍ਰਾਈਸ ਜ਼ਿਆਦਾ ਹੈ, ਜਿਹਦੇ ਕਰਕੇ ਰੇਟ ਵੱਧ ਰਹੇ ਹੈ। ਸੋ ਇਹੋ ਜਿਹੇ ਟਾਈਮ 'ਚ ਜੇ ਉਹ ਤਾਂ ਹਮੇਸ਼ਾ ਹੀ ਰਹੇਗਾ, ਫਿਰ ਇੰਡੀਅਨ ਜਿਹੜੀ MSME ਸੈਕਟਰ ਉਹ ਕਿੱਦਾਂ ਚੱਲੇਗਾ? ਕੀ ਇਹਦੇ ਲਈ ਕੋਈ ਸੁਜੈਸ਼ਨ ਦਿਓਗੇ ਤੁਸੀਂ ਸਰਕਾਰ ਨੂੰ ਕਿ ਕੀ ਸੁਜੈਸ਼ਨ ਹੋਣੇ ਚਾਹੀਦੇ ਹੈ? ਹਮੇਸ਼ਾ ਐਕਸਪੋਰਟ ਤਾਂ ਹਮੇਸ਼ਾ ਹੀ ਵੱਧਦੀ ਰਹੇਗੀ? ਦੇਖੋ, ਪਹਿਲਾਂ ਆਪਣਾ ਦੇਸ਼ ਹੁੰਦਾ ਜੀ, ਉਸ ਤੋਂ ਬਾਅਦ ਐਕਸਪੋਰਟ ਆਉਂਦੀ ਹੈ। ਐਕਸਪੋਰਟ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੁੰਦਾ। ਠੀਕ ਹੈ। ਅਗਰ ਦੇਸ਼ ਦੇ ਵਿੱਚ ਪਿਆਜ਼ ਦੀ ਕਮੀ ਹੈ ਔਰ ਗਵਰਨਮੈਂਟ ਪਿਆਜ਼ ਦੀ ਐਕਸਪੋਰਟ ਬੰਦ ਕਰ ਸਕਦੀ ਹੈ, ਬਿਲਕੁਲ ਠੀਕ ਹੈ, ਤੇ ਸਟੀਲ ਦੀ ਅਗਰ ਕਮੀ ਹੈ ਤੇ ਸਟੀਲ ਦਾ ਐਕਸਪੋਰਟ ਬੰਦ ਕਿਉਂ ਨਹੀਂ ਹੋ ਸਕਦਾ? ਮੇਰਾ ਇਹ ਹੈ ਕਿ ਇਸ ਵਕਤ ਆਪਣੀ ਮਾਰਕੀਟ ਨੂੰ ਫੀਡ ਕਰਨ ਤੋਂ ਬਾਅਦ ਜਿਹੜੀ ਵੀ ਬਚੇ ਉਹ ਐਕਸਪੋਰਟ ਚਾਹੇ ਕਰ ਲਿਆ। ਅਸੀਂ ਐਕਸਪੋਰਟ ਦੇ ਕੋਈ ਦੁਸ਼ਮਣ ਨਹੀਂ। ਐਕਸਪੋਰਟ ਅਸੀਂ ਚਾਹੁੰਦੇ ਹਾਂ ਐਕਸਪੋਰਟ ਹੋਵੇ, ਪਰ ਪਹਿਲਾਂ ਆਪਣਾ ਦੇਸ਼, ਕਿਉਂਕਿ ਅਗਰ ਲੋਕਾਂ ਨੂੰ ਨੌਕਰੀ ਦੇਣੀ ਹੈ, ਲੋਕਾਂ ਨੂੰ ਪਾਲਣਾ ਹੈ, 130 ਕਰੋੜ ਜਨਤਾ ਨੂੰ ਖੜਾ ਕਰਨਾ ਹੈ, ਤੇ MSME ਵਰਗਾ ਸੈਕਟਰ ਕੋਈ ਵੀ ਨਹੀਂ, ਐਗਰੀਕਲਚਰ ਤੋਂ ਵੀ ਜ਼ਿਆਦਾ ਵੱਡਾ ਸੈਕਟਰ MSME ਹੈ। ਔਰ ਅੱਜ MSME ਦਾ ਜੋ ਹਾਲਤ ਹੈ ਉਹ ਬਿਲਕੁਲ ਬੁਰੀ ਹਾਲਤ 'ਚ ਹੈ, ਔਰ ਕਿਸ ਵਕਤ ਕਿਹੜੀ ਫੈਕਟਰੀ ਬੰਦ ਹੋ ਜਾਏ ਉਹ ਕੋਈ ਪਤਾ ਨਹੀਂ ਲੱਗਦਾ, ਕਿਹੜਾ ਬੈਂਕਾਂ ਦਾ NPA ਹੋ ਜਾਏ ਕੋਈ ਪਤਾ ਨਹੀਂ ਲੱਗਦਾ। ਔਰ मेरा ख्याल है कि कुछ तो कोविड करके, कुछ ये रॉ मटेरियल करके ਜਿਹੜਾ वक्त आने वाला है वो MSME वास्ते बहुत ही मुश्किल वक्त है। और बैंकों के भी NPA होने के बहुत चांसेस। सो तुसी की सजेशन करोगे, की मंग करोगे सरकार ਨੂੰ? मैं ये मंग करांगा कि एक्सपोर्ट चाहे होवे पर अपनी जरूरत ਨੂੰ पूरा करन तो बाद फिर एक्सपोर्ट होवे। अपने देश ਦੇ ਵਿੱਚ स्टील कॉपर निकल जिंक होवे ना, और असी एक्सपोर्ट वाल चल पईए। और क्योंकि रॉ मटेरियल तो फिनिश गुड बना के अगर असी एक्सपोर्ट करांगे तो ਉਹਦੇ 'ਚ वैल्यू एडिशन ਸਾਨੂੰ बहुत ज़्यादा मिलेगी। अगर असी रॉ मटेरियल ਨੂੰ एक्सपोर्ट करांगे तो वैल्यू एडिशन होवेगी ही नहीं। इस वास्ते मेरी अर्ज़ ये है कि जिवें तुसी प्याज की शॉर्टेज दे तो बाद प्याज का एक्सपोर्ट बंद की सी, उस तरह रॉ मटेरियल की एक्सपोर्ट नूं फॉर द टाइम भी रोक दिता जाए और अपनी इंडस्ट्री खासकर MSME इंडस्ट्री उन्होंने पूरी तरह फीड किया जाए। धन्यवाद। थैंक यू। तो दोस्तों ये सी श्री KK सेठ जी जिन्हों ने दसिया कि किद्दां एक राष्ट्रीयता की भावना होंदी है, प्लस उन्होंने एक चीज़ बड़ी अच्छी की है, दसी है, उन्होंने सजेशन दिता केंद्र सरकार नूं कि सब तो पहला जे असी रॉ मटीरियल एक्सपोर्ट करते हैं तो उहदे विच एक सिर्फ रॉ मटीरियल होंदा है एक्सपोर्ट करन नाल, जिथे असी दूसरी देशों की इंडस्ट्री नूं कैपेबल बना रहे हैं अपने अगे खड़े रहन दे, तो उत्थे ही जे असी उहदे बजाय फिनिश गुड नूं एक्सपोर्ट करते हैं तो उस वैल्यू ऐड होंदा है, जिहदे नाल रोज़गार भी वधदा है, सरकार नूं टैक्स भी वधदा है। सो होर बहुत सारियां चीज़ां देश के हित च होंदियां। सो ये सी KK सेठ जी के विचार, जिहड़े कि असीं उम्मीद करते हैं कि सरकारां अगे
ਤੇ ਸਰਕਾਰ ਇਹਨਾਂ ਨੂੰ ਸੁਣਦੇ ਹੋਏ ਕੁਛ ਨਾ ਕੁਛ ਜ਼ਰੂਰੀ ਐਕਸ਼ਨ ਜ਼ਰੂਰ ਲੈਣਗੇ ਤਾਂ ਕਿ MSME ਦਾ ਬਚਾਅ ਕੀਤਾ ਜਾ ਸਕੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।